Hello, dear students. This is our National Achievement Survey of year 2017-18 for class 10. And in today's video, we will solve this all paper, only English portion here. And all the things you know already, that how to fill OMR sheet, etc. So directly we come to our topic so that we can save our time. So first of all, you can see here a passage. Please subscribe the channel and press bell icon to receive the notification for new videos. Long ago, a wise old man called Hamaguchi lived atop a hill overlooking a village in the coastal area of Japan. ਕਿ ਬਹੁਤ ਸਮੇਂ ਦੀ ਗੱਲ ਹੈ, ਜਾਪਾਨ ਵਿੱਚ ਇੱਕ ਉੱਚੀ ਪਹਾੜੀ 'ਤੇ ਇੱਕ ਓਲਡ ਮੈਨ ਰਹਿੰਦਾ ਸੀ। ਉਹਦਾ ਨਾਮ ਸੀਗਾ ਹੈਮਾਗੂਚੀ। ਉਹ ਟੌਪ 'ਤੇ ਰਹਿੰਦਾ ਸੀ ਪਹਾੜੀ ਦੇ। He was loved and respected by all the villagers because he was wise, kind and helpful. ਸਾਰੇ ਲੋਕ ਉਸ ਦੀ ਰਿਸਪੈਕਟ ਕਰਦੇ ਸੀ ਕਿਉਂਕਿ ਉਹ ਸਿਆਣਾ, ਦਿਆਲੂ ਤੇ ਹੈਲਪਫੁਲ ਸੀ। They would fondly call him grandfather. The villagers often consulted him about their problems. He would give them good advice. ਉਹ ਸਾਰੇ ਪਿੰਡ ਵਾਲੇ ਲੋਕ ਉਸ ਨੂੰ ਗ੍ਰੈਂਡਫਾਦਰ ਕਹਿੰਦੇ ਸੀ ਅਤੇ ਉਸ ਨੂੰ ਕੰਸਲਟ ਕਰਦੇ ਸੀ ਜਦੋਂ ਕਦੇ ਉਹਨਾਂ ਨੂੰ ਲੋੜ ਹੁੰਦੀ ਸੀ ਅਤੇ ਉਹ ਉਹਨਾਂ ਨੂੰ ਵਧੀਆ ਐਡਵਾਈਸ ਦਿੰਦਾ ਸੀ। One day, Hamaguchi peered out of the window of his house and saw that the villagers were preparing for their annual harvest festival. ਇੱਕ ਦਿਨ ਕੀ ਹੋਇਆ, ਹਾਮਾਗੂਚੀ ਨੇ ਆਪਣੀ ਵਿੰਡੋ 'ਚ ਝਾਕ ਕੇ ਦੇਖਿਆ ਅਤੇ ਉਹਨੂੰ ਦੇਖਿਆ ਕਿਹੜੇ ਪਿੰਡ ਦੇ ਲੋਕ ਸੀ ਉਹ ਸਾਰੇ ਉਹਨਾਂ ਦਾ ਐਨੂਅਲ ਹਾਰਵੈਸਟ ਫੈਸਟੀਵਲ ਹੁੰਦਾ ਇੱਕ, ਜਿਵੇਂ ਆਪਣਾ ਇੱਥੇ ਵਿਸਾਖੀ ਵੀਕਐਂਡ 'ਤੇ ਉਸ ਦੀ ਤਿਆਰੀ ਕਰ ਰਹੇ ਸੀ ਪਿੰਡ ਵਾਲੇ ਸਾਰੇ, ਕਿਉਂਕਿ ਉਹ ਉੱਪਰ ਬੈਠਾ ਸੀ ਅਟੋਪ 'ਤੇ ਹਿਲ ਦੇ ਪਹਾੜੀ ਦੇ ਉੱਪਰ ਬੈਠਾ ਸੀ। ਉਹਨੇ ਆਪਦੇ ਘਰ ਦੀ ਵਿੰਡੋ ਵਿੱਚ ਝਾਕ ਕੇ ਦੇਖਿਆ। ਇਟ ਵਾਜ਼ ਵੈਰੀ ਹੌਟ ਐਂਡ ਸੈਲਟਰੀ, ਅ ਸੌਫਟ ਬਰੀਜ਼ ਬਲਿਊ ਫਰੋਮ ਦਾ ਸੀ। ਇਹ ਬਹੁਤ ਗਰਮ ਅਤੇ ਸੈਲਟਰੀ, ਯੂ ਕੈਨ ਸੇ ਹਿਊਮਿਡਿਟੀ, ਇਹ ਬਹੁਤ ਹੌਟ ਅਤੇ ਹਿਊਮਿਡ ਸੀ। ਅ ਸੌਫਟ ਬਰੀਜ਼ ਬਲਿਊ ਫਰੋਮ ਦਾ ਸੀ, ਸਮੁੰਦਰ ਵੱਲੋਂ ਇੱਕ ਹਵਾ soft breeze ਚੱਲੀ। Soon he saw huge waves in the sea. They looked dark and threatening. ਜਲਦ ਹੀ ਉਸਨੇ ਵੱਡੀਆਂ ਸਾਰੀਆਂ ਵੇਵਸ, ਲਹਿਰਾਂ ਦੇਖਿਆ ਸਮੁੰਦਰ ਵਿੱਚ, ਜਿਹੜੀਆਂ ਕਿ ਬਹੁਤ ਡਰਾਵਣੀਆਂ ਸੀਗੀਆਂ ਅਤੇ ਉੱਚੀਆਂ ਉੱਚੀਆਂ ਸੀ। The villagers were so engrossed in harvesting the rice that they did not notice anything. ਵਿਲੇਜਰਸ ਜਿਹੜੇ ਉਹ ਇੰਨੇ ਰੁੱਝੇ ਹੋਏ ਸੀ ਹਾਰਵੈਸਟਿੰਗ ਦਾ ਰਾਈਸ ਵਿੱਚ ਕਿ ਉਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕਿਹਦੇ ਵੱਲ, ਉਹ ਜਿਹੜੀ ਵੇਵਸ ਆ ਰਹੀਆਂ ਸੀ ਸਮੁੰਦਰ ਵੱਲ, ਉਸ ਵੱਲ। ਹਾਮਾਗੂਚੀ ਨਿਊ ਦਿਸ ਵਾਜ਼ ਅ ਟਾਈਡਲ ਵੇਵ ਐਂਡ ਵਿਦਾਊਟ ਸੂਨ ਐਨਗਲਫ ਦਾ ਵਿਲੇਜ। ਉਹ ਹਾਮਾਗੂਚੀ ਨੂੰ ਪਤਾ ਸੀ ਕਿ ਇਹ ਟਾਈਡਲ ਵੇਵਸ ਨੇ ਅਤੇ ਬਹੁਤ ਜਲਦ ਹੀ ਇਹ ਪੂਰੇ ਪਿੰਡ ਨੂੰ ਆਪਣੇ ਸਕੰਜੇ 'ਚ ਲੈ ਲਵੇਗੀ, ਮਤਲਬ ਪੂਰੇ ਪਿੰਡ ਨੂੰ ਡੁਬੋ ਸਕਦੀ ਹੈ। ਹਾਊ ਟੂ ਅਲਰਟ ਦਾ ਵਿਲੇਜਰਸ, ਉਹਨੇ ਸੋਚਿਆ ਕਿ ਵਿਲੇਜਰ ਨੂੰ ਮੈਂ ਅਲਰਟ ਕਿਵੇਂ ਕਰਾਂ ਪਿੰਡਾਂ ਵਾਲਿਆਂ ਨੂੰ। He thought quickly, ਉਹਨੇ ਫਟਾਫਟ ਸੋਚਿਆ। Then he ran to his plot where the stacks of rice lay and set fire to them one by one. ਫਿਰ ਆਪਣੇ ਪਲਾਟ ਵੱਲ ਭੱਜਿਆ ਅਤੇ ਉਸ ਜਿਹੜੇ ਸਟੈਕਸ ਆਫ ਰਾਈਸ ਪਏ ਸੀਗੇ, ਯੂ ਕੈਨ ਸੇ ਇਟ, ਜਿਵੇਂ ਆਪਾਂ ਕਹਿੰਦੇ ਪਰਾਲੀ ਪਈ ਸੀ ਉੱਥੇ, ਤਾਂ ਉਸਨੇ ਉਹ ਜਿਹੜੇ ਸਟੈਕਸ ਹੁੰਦੇ ਨੇ ਕੁੱਪੇ, ਉਹਨਾਂ ਨੂੰ ਇੱਕ ਇੱਕ ਕਰਕੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ। The flames from the burning rice leaped skyward blazing brightly. ਤਾਂ ਉਹਨਾਂ ਦੀ ਜਿਹੜੀ ਫਲੇਮ ਸੀਗੀਆਂ ਲਪਟਾਂ ਚੱਕਦੀਆਂ, ਉਹ ਸਕਾਈ ਨੂੰ ਬਲੇਜ਼ ਮਤਲਬ ਉੱਚੀ ਆਕਾਸ਼ ਵੱਲ ਜਾਣ ਲੱਗੀਆਂ। ਦ ਵਿਲੇਜਰ ਸਾ ਦਾ ਸਮੋਕ ਐਂਡ ਵੰਡਰਡ ਵਾਈ ਹਾਮਾਗੂਚੀ ਵਾਜ਼ ਡੂਇੰਗ ਦਿਸ। ਜੋ ਪਿੰਡ ਵਾਲਿਆਂ ਨੇ ਉਹ ਧੂੰਆਂ ਦੇਖਿਆ ਅਤੇ ਉਹਨੂੰ ਹੈਰਾਨਗੀ ਹੋਈ ਕਿ ਹਾਮਾਗੂਚੀ ਇਹ ਕਿਉਂ ਕਰ ਰਿਹਾ ਹੈ। ਦੇ ਥੋਟ ਹੀ ਵਾਜ਼ ਕ੍ਰੇਜ਼ੀ ਬਟ ਦੇ ਰੈਨ ਅਪ ਟੂ ਵੇਅਰ ਹੀ ਸਟੂਡ। ਉਹਨੇ ਸੋਚਿਆ ਕਿ ਉਹ ਪਾਗਲ ਹੋ ਗਿਆ, ਪਰ ਫਿਰ ਵੀ ਉੱਥੇ ਭੱਜੇ ਜਿੱਥੇ ਉਹ ਖੜ੍ਹਾ ਸੀ। Once they reached the top of the mountain of the hill, they looked back down at the sea and shouted loudly, "Look, look, a terrible tide wave is coming." ਜਦੋਂ ਉਹ ਉੱਥੇ ਪਹੁੰਚੇ ਟੌਪ 'ਤੇ ਜਾ ਕੇ ਤਾਂ ਹਿਲ ਦੇ, ਤਾਂ ਉਹਨਾਂ ਨੇ ਨੀਚੇ ਮੁੜ ਕੇ ਦੇਖਿਆ, ਸਮੁੰਦਰ ਵੱਲ ਦੇਖਿਆ, ਤਾਂ ਉਹਨਾਂ ਨੇ ਕਿਹਾ, ਚਿਲਾਏ ਉਹ ਕਿ ਦੇਖੋ ਦੇਖੋ ਟਾਈਡਲ ਵੇਵਸ ਆ ਰਹੀਆਂ ਨੇ। In no time the wave had struck the village and destroyed their houses, carrying away all their possessions. ਅਤੇ ਕੁਝ ਸਮੇਂ ਵਿੱਚ ਉਹ ਜਿਹੜੇ ਸੀਗੀਆਂ ਉਹ ਸਾਰੇ ਪਿੰਡ ਨੂੰ ਉਹ ਆਪਦੇ ਕਬਜ਼ੇ 'ਚ ਲੈ ਲਿਆ ਅਤੇ ਉਹਨਾਂ ਦੇ ਸਾਰੇ ਪੋਜੈਸ਼ਨਸ ਜਿਹੜੇ ਉਹਨਾਂ ਨੂੰ ਡਿਸਟਰੋਏ ਕਰਤਾ। ਪੋਜੈਸ਼ਨਸ ਮਤਲਬ ਯੂ ਕੈਨ ਸੇ ਹੇਅਰ ਆਪਦੇ ਐਨੀਮਲਸ, ਉਹਨਾਂ ਦੇ ਘਰ ਸਮਾਨ ਵਗੈਰਾ ਸਾਰਾ ਕੁਛ ਸੀ ਉਹਨਾਂ ਨੂੰ ਉਹ ਖਰਾਬ ਕਰਤਾ।
The people stood still, silent and shocked to see the sudden catastrophe that had fallen them. ਤਾਂ ਲੋਕ ਹੁਣ ਖੜੇ ਸੀ ਸ਼ਾਂਤ ਤੇ ਬਿਲਕੁਲ ਐਨ ਹੈਰਾਨ ਹੋਏ ਖੜੇ ਸੀ ਕਿਸ ਨੂੰ ਦੇਖ ਕੇ ਜਿਹੜੀ ਅਚਾਨਕ ਇੱਕ ਕੈਟਾਸਟ੍ਰੋਫੀ ਆਈ ਸੀ। ਕੈਟਾਸਟ੍ਰੋਫੀ ਮਤਲਬ ਇੱਕ ਜਿਹੜਾ ਇੱਕਦਮ ਜੇ ਦੁੱਖ ਉਹਨਾਂ ਦੇ ਆਇਆ ਸੀ, ਬਹੁਤ ਵੱਡਾ ਸਦਮਾ ਸੀਗਾ, ਉਹਨਾਂ ਦਾ ਗਿਰ ਗਿਆ ਇੱਕਦਮ ਆ ਕੇ, ਜਿਹੜਾ ਪਹਾੜ ਗਿਰ ਜਾਂਦਾ ਜਿਵੇਂ ਕਹਿੰਦੇ ਪੰਜਾਬੀ 'ਚ। ਹਾਮਾਗੂਚੀ ਬਾਏ ਹਿਸ ਸੈਕਰੀਫਾਈਸ ਹੈਡ ਸੇਵਡ ਦਾ ਲਾਈਵਸ ਆਫ ਹੰਡਰਡਸ ਆਫ ਵਿਲੇਜਰਸ। ਤਾਂ ਹਾਮਾਗੂਚੀ ਨੇ ਇਸ ਆਪਦੀ ਸੈਕਰੀਫਾਈਸ ਕੁਰਬਾਨੀ ਕਰਕੇ ਸਾਰੇ ਲੋਕਾਂ ਦੀਆਂ ਉਹਨਾਂ ਦੇ ਪਿੰਡ ਵਾਲਿਆਂ ਦੀਆਂ ਜਾਨਾਂ ਬਚਾਈਆਂ। Several years later, when the village revived, villagers named him Hamaguchi, the deity, and built a temple as a sign of respect to him and prayed there every day. So several years later, ਜਦੋਂ ਕੁਝ ਸਾਲਾਂ ਬਾਅਦ ਉਹ ਜਿਹੜਾ ਵਿਲੇਜ ਸੀ ਉਹ ਰਿਵਾਈਵ ਹੋ ਗਿਆ, ਉਹ ਦੁਬਾਰਾ ਖੜਾ ਹੋ ਗਿਆ ਆਪਣੇ ਪੈਰਾਂ 'ਤੇ। ਲੋਕਾਂ ਨੇ ਦੁਬਾਰਾ ਫਿਰ ਖੇਤੀਬਾੜੀ ਸ਼ੁਰੂ ਕਰਤੀ, ਆਪਦੇ ਜਾਨਵਰ ਰੱਖਣੇ ਸ਼ੁਰੂ ਕਰਤੇ, ਸਮਾਨ ਸਮੂਨ ਜੋੜ ਲਿਆ। ਕੁਝ ਸਾਲਾਂ ਬਾਅਦ ਜਦੋਂ ਠੀਕ ਹੋ ਗਏ ਉਹ, ਤਾਂ ਉਹਨਾਂ ਨੇ ਉਸ ਦਾ ਨਾਮ ਹਾਮਾਗੂਚੀ ਦਾ ਨਾਮ ਹਾਮਾਗੂਚੀ ਦੇਵਤਾ ਰੱਖਤਾ ਅਤੇ ਉਹਦੇ ਨਾਮ 'ਤੇ ਇੱਕ ਮੰਦਰ ਬਣਾਤਾ ਅਤੇ ਉੱਥੇ ਉਹ ਰੋਜ਼ ਸਵੇਰੇ ਪ੍ਰੇਅਰ ਕਰਿਆ ਕਰਦੇ ਸੀ। ਤਾਂ ਇਟ ਵਾਸ ਅ ਪੈਸੇਜ ਵੀ ਹੈਵ ਰੈਡ ਐਂਡ ਨਾਓ ਟਰਾਈ ਟੂ ਫਾਈਂਡ ਆਊਟ ਦਾ questions. 1. Hamaguchi drew the attention of the villagers by. Hamaguchi ਨੇ ਪਿੰਡ ਵਾਲਿਆਂ ਦਾ ਧਿਆਨ ਕਿਵੇਂ ਖਿੱਚਿਆ? Options you can see here. Putting his rice stacks on fire. ਉਹ ਰਾਈਸ ਸਟੈਕਸ ਜਿਹੜੇ ਉਹਨਾਂ ਨੂੰ ਅੱਗ ਲਾ ਕੇ ਉਹਨਾਂ ਦਾ ਪਿੰਡ ਵਾਲਾ ਧਿਆਨ ਆਪਣੇ ਵੱਲ ਖਿੱਚਿਆ। Which of the following traits does not describe Hamaguchi? ਇਹਨਾਂ ਨੀਚੇ ਲਿਖੇ ਹੋਏ ਵਿਸ਼ੇਸ਼ਤਾਵਾਂ ਵਿੱਚੋਂ ਹਾਮਾਗੂਚੀ ਦੀ ਕਿਹੜੀ ਨਹੀਂ ਹੈ? Wise and selfless, old and wise, kind and helpful, confused and helpless. ਇਸ ਚੋਂ you can say option number 4 is not for Hamaguchi, confused and helpless. Question 3. The expression when the village had revived implies that. ਇਹਦਾ ਮੀਨਿੰਗ ਕੀ ਹੋਇਆ? ਜਦੋਂ ਆਪਾਂ ਪੜ੍ਹਿਆ ਜਿਹੜਾ when the village had revived, ਇਹਦਾ ਮੀਨਿੰਗ ਕੀ ਹੋਇਆ? ਇਹਦਾ ਮੀਨਿੰਗ ਇਹ ਹੋਇਆ ਕਿ ਜਦੋਂ ਪਿੰਡ ਵਾਲੇ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਗਏ, ਇਹਨਾਂ ਨੇ ਪਿੰਡ ਦੁਬਾਰਾ ਵਸ ਗਿਆ। You can see here. Normal activities were restored. Hamaguchi had become rich. The soil was fit to cultivate. The villagers had fought content sorrow. Normal activities were restored. ਜਦੋਂ ਦੁਬਾਰਾ ਨੋਰਮਲ ਹੋ ਗਏ ਤਾਂ ਉਹ ਕਹਿੰਦੇ ਨੇ ਕਿ ਰਿਵਾਈਵ ਉਹਨਾਂ ਨੇ ਕਰ ਲਿਆ ਆਪਣੇ ਆਪ ਨੂੰ। The villagers expressed their gratitude to Hamaguchi by. ਪਿੰਡ ਵਾਲਿਆਂ ਨੇ ਆਪਣਾ ਆਭਾਰ ਹਾਮਾਗੂਚੀ ਪ੍ਰਤੀ ਕਿਵੇਂ ਸ਼ੋਅ ਕੀਤਾ? ਤਾਂ ਉਹਨਾਂ ਨੇ ਕੀ ਕੀਤਾ, ਜਦੋਂ ਕੁਛ ਸਾਲਾਂ ਬਾਅਦ ਰਿਵਾਈਵ ਹੋ ਗਿਆ ਸੀ ਤਾਂ ਉਹਨਾਂ ਨੇ ਇੱਕ ਟੈਂਪਲ ਬਣਾਇਆ ਸੀ। ਤਾਂ ਯੂ ਕੈਨ ਸੀ ਹੇਅਰ ਬਿਲਡਿੰਗ ਅ ਟੈਂਪਲ ਇਨ ਹਿਸ ਨੇਮ, ਆਪਸ਼ਨ 2. ਦ ਸਟੋਰੀ ਟੀਚਿਜ਼ ਅਸ ਟੂ। ਇਹ ਸਟੋਰੀ ਆਪਾਂ ਨੂੰ ਕੀ ਦੱਸਦੀ ਹੈ? ਇਟ ਟੀਚਿਜ਼ ਅਸ ਟੂ ਕੇਅਰ ਫੋਰ ਅਦਰਸ ਸੈਲਫਲੈਸਲੀ, ਆਪਸ਼ਨ 3. What is the most suitable title for the story? The suitable title of the story we can say, because the villagers live on a coastal area where the tidal waves you can see. So right title should be The Life of Coastal Villagers. Coastal villagers ਦੀ ਜ਼ਿੰਦਗੀ. So now next you can see question number 7 to 12. One more passage here. Let's read it and understand it. Summer in India for food lovers is synonymous with the mango season. ਸਮਰ ਜੋ ਇੰਡੀਆ 'ਚ ਹੈ ਫੂਡ ਲਵਰਸ ਵਾਸਤੇ ਉਹ ਮੈਂਗੋ ਸੀਜ਼ਨ ਵੀ ਕਹਿੰਦੇ ਨੇ, ਉਹਨਾਂ ਨੂੰ ਸਾਈਨੋਨਿਮ ਕਰਦੇ ਨੇ ਉਹਦਾ। ਇਨ ਆਵਰ ਕੰਟਰੀ ਈਚ ਸਟੇਟ ਬੂਸਟ ਆਫ ਡਿਫਰੈਂਟ ਵਰਾਇਟੀਜ਼ ਆਫ ਮੈਂਗੋਜ਼। ਤਾਂ ਸਾਡੀ ਕੰਟਰੀ ਵਿੱਚ ਹਰੇਕ ਸਟੇਟ ਦਾ ਆਪਣੇ ਅਲੱਗ-ਅਲੱਗ ਮੈਂਗੋਜ਼ ਦੀਆਂ ਵਰਾਇਟੀਆਂ ਨੇ। ਆਲ ਹੇਲ ਐਜ਼ ਡੈਲੀਕੇਸੀਜ਼। Some are meant to be eaten ripe, while others are best eaten when they are green and raw. ਕੁਝ ਮੈਂਗੋਜ਼ ਨੂੰ ਰਾਈਪ ਖਾਇਆ ਜਾਂਦਾ ਹੈ ਅਤੇ ਕੁਝ ਨੂੰ ਉਹਨਾਂ ਨੂੰ ਜਦੋਂ ਗ੍ਰੀਨ ਹੁੰਦੇ ਨੇ ਅਤੇ ਕੱਚੇ ਹੁੰਦੇ ਨੇ ਉਦੋਂ ਖਾਇਆ ਜਾਂਦਾ ਹੈ। While the season starts as early as the last weeks of March, it is ਜਦੋਂ ਸੀਜ਼ਨ ਸਟਾਰਟ ਕਦੋਂ ਹੁੰਦਾ ਹੈ? Last week of March. It is only around the last week of April that the many varieties make their entry in the fruit bazaars across the country. ਤਾਂ ਹੁੰਦਾ ਕੀ ਹੈ, ਅਪ੍ਰੈਲ ਦੇ ਲਾਸਟ ਵੀਕ ਆਫ ਅਪ੍ਰੈਲ ਦੇ ਵਿੱਚ ਸਾਰੀਆਂ ਜਿਹੜੀਆਂ ਵਰਾਇਟੀਜ਼ ਹੁੰਦੀਆਂ ਨੇ ਫਰੂਟ ਦੀਆਂ ਉਹ ਮਾਰਕੀਟ 'ਚ ਆ ਜਾਂਦੀਆਂ ਨੇ।
The seasons last up to the end of June. So सीजन कदों तक चलता है? जून के एंड तक चलता है. स्टार्ट कदों होंदा अप्रैल च ते चलदा कदों तक है? जून के एंड तक. In certain areas it lasts up to the first week of August. कुछ खास एरिया विच ये अगस्त के पहले हफ्ते तक भी सीजन चलता है मैंगोस का. From mangoes that are small as ping pong balls to large ones that weight as much as 2 or 3 kilograms each. मैंगो ਜਿਹੜੇ ਹੁੰਦੇ ਨੇ ਛੋਟੇ ਛੋਟੇ ਜਿਵੇਂ ਬੋਲਸ ਹੁੰਦੀਆਂ ਨੇ ਓਡੇ ਓਡੇ ਤੋਂ ਲੈ ਕੇ ਤੇ ਵੱਡੇ ਵੱਡੇ ਹੁੰਦੇ ਨੇ 2-2 3-3 ਕਿਲੋ ਦੇ. Each of them is a gourmet stat, and with these different mangoes come some of the famed dishes prepared as seasonal delicacies. Be it the aam ras or mango Shrikhand in the western states that is usually teamed up with the puris and pickles and mango rice made in South India. The range of special dishes in the vast Indian cuisines is aplenty. Many sweet, savory, and spicy treats in the regional cuisines use mangoes as the core ingredient more in its ripe and raw forms. In addition, many bakeries and patisseries that have mushroomed across the metros make cheesecakes and other desserts centered around mangoes, which is the king of the fruit. Thus, you have enough options to keep that sweet tooth of yours satiated. But one must admit that nothing beats the feel of biting through a freshly cut mango. So, a talk of mango is done here. मैंगो बारे दस्या गया है कि अलग अलग स्टेट से अलग अलग तरह की डिशेस तैयार की जाती हैं. तो क्वेश्चन नंबर 1 we come directly here. One can find mangoes from April to June. Option second. Which of the following statement is not true? There are a lot of special mango dishes in India. Mangoes can be eaten ripe and as raw. Mangoes are not available in summer. This is not right. Mangoes are available in summer. The range of special dishes in the vast Indian cuisine is aplenty means. It means range of special dishes. Means a process or you can say a style of cooking in Indian restaurants. Option number 4. There are lots of special dishes with mango in the Indian cuisines. Cuisines means restaurant. कि इंडियन रेस्टोरेंट ਵਿੱਚ अलग-अलग ਤਰ੍ਹਾਂ ਦੇ ਮੈਂਗੋ ਨਾਲ ਤਿਆਰ ਕੀਤੇ ਜਾਂਦੇ ਨੇ ਫੂਡਸ ਵਗੈਰਾ ਡਿਸ਼ेस ਵਗੈਰਾ. Core ingredient in the passage means core ਹੁੰਦਾ ਹੈ center. So center means main item. Option 1. Mango is often called mango as a king of fruits. Option 2. According to the text, which is the best way of eating a mango? According to text, the best way of eating a mango, we can see through a freshly cut mango. Option 4. Eating a freshly cut mango, as we have seen last line of the passage. Now here we can see question number 13 to 19. Read the chart given below and answer the questions. A school decided to celebrate book week. The chart below shows the schedule of activities planned. Study the chart carefully and answer the questions that follow. Here in the first column you can say day, Monday, Tuesday, Wednesday, Thursday, Friday. Then activity and class in school. Then venue. And the last one is class and outdoor activities. Now you can study this by pausing the video and directly come to question. I am interested in watching the quiz. Where is it being conducted? Where is the quiz conducted? You can see here quiz conducted by Mandeep Kaur. Where? It is in hall number 2. So answer is hall number 2, option 2. On which day is the school conducting the maximum number of activities? Maximum number of activities on which day? These are activities, and maximum activities will happen on Wednesday.
Option 2. Mandeep Kaur will be conducting. She will be conducting, Mandeep Kaur, you can see Mandeep Kaur quiz. So answer is quiz show, option 3rd. Which events will be conducted on Thursday? On Thursday we can see quiz and meet the author. Quiz and meet the author. And one more should be there. Quiz, meet the author, and visit to National Book Trust. Visit to NBT. Quiz, meet the author, and now options. Quiz, meet the author, and visit to National Book Trust. Option B, 2nd. Okay. Quiz, meet the author, and visit to National Book Trust. Option 2nd. On which day can the children meet Ruskin Bond? Children will meet Ruskin Bond on Thursday. So option 3rd, on Thursday. Next, which classes will go to see The Jungle Book and when? The Jungle Book and when? You can see here Jungle Book classes 5 to 6 on Tuesday. Tuesday classes 5 and 6. Now find the options. Tuesday classes 5 and 6 is option 4. The school has invited dash experts for different events. How many experts have been invited? 2, 6, 4, 5. Let's see here. Experts we can see. One is Barry John Theatre Workshop, and next is designing a book cover by Santosh Rai 2, and quiz by Mandeep Kaur 3, and meet the author Ruskin Bond 4. Our answer is 4, option 3rd. Next passage is Bhagat Singh, the great revolutionary, the martyr, was only 23 when he was hanged in Lahore jail. He had thrown a bomb in the Legislative Assembly Hall in Delhi. This was the end of the life of a life devoted to the great task of making India free from British rule. ਭਗਤ ਸਿੰਘ ਜਿਹੜਾ ਰਿਵੋਲੂਸ਼ਨਰੀ ਤੇ ਸ਼ਹੀਦ ਭਗਤ ਸਿੰਘ ਸੀ ਜਿਹੜੇ, ਉਹਦੀ ਉਮਰ 23 ਸਾਲ ਦੀ ਸੀ ਜਦੋਂ ਕਿ ਉਸ ਨੂੰ ਫਾਂਸੀ ਦੇ ਦਿੱਤੀ ਗਈ ਲਾਹੌਰ ਜੇਲ੍ਹ ਵਿੱਚ। ਉਸਨੇ ਲੈਜਿਸਲੇਟਿਵ ਅਸੈਂਬਲੀ ਦੇ ਹਾਲ ਦਿੱਲੀ ਵਿੱਚ ਇੱਕ ਬੰਬ ਸੁੱਟਿਆ ਸੀ, ਅਤੇ ਇਹ ਉਹਦੀ ਡਿਵੋਸ਼ਨ ਸੀ ਲਾਈਫ ਦੀ, ਇੱਕ ਮਹਾਨ ਕੰਮ ਲਈ ਕਿ ਇੰਡੀਆ ਨੂੰ ਫਰੀ ਕਰਾਉਣ ਵਾਸਤੇ ਅੰਗਰੇਜ਼ਾਂ ਤੋਂ। 2 incidents played a major role in shaping Bhagat Singh's life. ਭਗਤ ਸਿੰਘ ਦੀ ਲਾਈਫ ਨੂੰ ਸ਼ੇਪ ਕਰਨ ਵਾਸਤੇ 2 ਅਹਿਮ ਘਟਨਾਵਾਂ ਹੋਈਆਂ। The first was the brutal killing of innocent people at ਜਲਿਆਂਵਾਲਾ ਬਾਗ, ਕਿ ਉਹ ਬਰੂਟਲ ਕਿਲਿੰਗ ਹੋਈ ਸੀ ਜਿਹੜੀ ਜਲਿਆਂਵਾਲਾ ਬਾਗ ਦੇ ਲੋਕਾਂ 'ਤੇ ਅਤਿਆਚਾਰ ਕੀਤਾ ਗਿਆ ਸੀ। ਇੱਕ ਤਾਂ ਉਹ ਸੀ, ਉਹ 'ਚ ਕੀ ਹੋਇਆ ਸੀ, ਐਟ ਦਾ ਆਰਡਰ ਆਫ ਜਨਰਲ ਡਾਇਰ, ਫਾਇਰਿੰਗ ਵਾਜ਼ ਓਪਨ ਐਟ ਦਾ ਪੀਸਫੁਲ ਗੈਦਰਿੰਗ ਆਫ ਪੀਪਲ। ਜਨਰਲ ਡਾਇਰ ਦੇ ਹੁਕਮ 'ਤੇ ਸ਼ਾਂਤੀਪੂਰਵਕ ਬੈਠੇ ਲੋਕਾਂ 'ਤੇ ਫਾਇਰਿੰਗ ਕੀਤੀ ਗਈ। ਭਗਤ ਸਿੰਘ ਵਾਜ਼ ਗ੍ਰੇਟਲੀ ਮੂਵਡ ਬਾਏ ਦਾ ਬੁਲਟ ਮਾਰਕਸ ਇਨ ਵਾਲਸ। ਉਹ ਗ੍ਰੇਟਲੀ ਮੂਵਡ ਮਤਲਬ ਬੜਾ ਉਹਨੂੰ ਹੋਇਆ, ਉਹ ਤੋਂ ਪ੍ਰਭਾਵਿਤ ਹੋਇਆ ਉਹ, ਟੱਚ ਇਸ ਚੀਜ਼ 'ਤੇ ਬੜਾ ਟੱਚ ਲੱਗਿਆ ਉਹਨੂੰ, ਉਹਦੀਆਂ ਕੰਧਾਂ 'ਤੇ ਨਿਸ਼ਾਨ ਦੇਖ ਕੇ ਗੋਲੀਆਂ ਦੇ। ਹੀ ਬਰੋਟ ਬੈਕ ਸਮ ਬਲੱਡ ਸੋਕਡ ਮਡ ਟੂ ਰਿਮਾਈਂਡ ਹਿਮ ਆਫ ਬ੍ਰਿਟਿਸ਼ ਕਰੂਐਲਿਟੀ। ਉਹ ਉੱਥੋਂ ਖੂਨ 'ਚ ਭਿੱਜੀ ਹੋਈ ਮਿੱਟੀ 'ਚ ਆਪਣੇ ਘਰੇ ਲਿਆਇਆ ਤਾਂ ਜੋ ਉਹਨੂੰ ਜਿਹੜੀ ਅਤਿਆਚਾਰ ਦੇ ਉਹਨੇ ਉਹ ਸੀ ਕੀਤੇ ਸੀ ਅੰਗਰੇਜ਼ਾਂ ਨੇ, ਉਹ ਯਾਦ ਰਹਿ ਸਕੇ, ਵਾਰੀ ਵਾਰੀ ਯਾਦ ਦਿਲਾਉਂਦੀ ਰਹੇ ਮਿੱਟੀ ਉਹ। ਦਾ ਸੈਕਿੰਡ ਇੰਸੀਡੈਂਟ, ਦੂਸਰੀ ਘਟਨਾ ਸੀ, ਵਾਜ਼ ਡੈਟ ਇੰਸਪਾਇਰਡ ਭਗਤ ਸਿੰਘ, ਉਹ ਸੀਗੀ ਟੂ ਫਾਈਟ ਦਾ ਬ੍ਰਿਟਿਸ਼ ਫੀਅਰਲੈਸਲੀ ਵਾਜ਼ ਦਾ ਡੈਥ ਆਫ ਦਾ ਲਾਲਾ ਲਾਜਪਤ ਰਾਏ। ਉਹ ਸੀਗੀ ਲਾਲਾ ਲਾਜਪਤ ਰਾਏ ਦੀ ਡੈਥ। ਹੀ ਵਾਜ਼ ਭਗਤ ਸਿੰਘ's idol and was leading a protest march when he was beaten up with lathis and died soon after. ਲਾਲਾ ਲਾਜਪਤ ਰਾਏ ਭਗਤ ਸਿੰਘ ਦੇ ਆਈਡੋਲ ਸੀਗੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਅਸੀਂ ਉਹਨਾਂ ਵਰਗਾ ਬਣਨਾ ਚਾਹੁੰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਵੀ ਇਹ ਮੇਰੇ ਮੈਂਟਰ ਨੇ ਜਾਂ ਮੈਂ ਇਹੋ ਜਿਹਾ ਬਣੂੰਗਾ ਵੱਡਾ ਹੋ ਕੇ, ਤਾਂ ਭਗਤ ਸਿੰਘ ਦੇ ਆਈਡੋਲ ਸੀਗੇ ਲਾਲਾ ਲਾਜਪਤ ਰਾਏ। ਉਹ ਪ੍ਰੋਟੈਸਟ ਕਰ ਰਹੇ ਸੀ ਇੱਕ ਮਾਰਚ ਵਿੱਚ, ਧਰਨੇ ਵਿੱਚ, ਅਤੇ ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਅਤੇ ਉੱਥੇ ਉਹ ਮਰ ਗਏ ਸੀ, ਨਾਲ ਦੀ ਨਾਲ ਡੈਥ ਹੋ ਗਈ ਸੀ। ਇੱਕ ਤਾਂ ਇਹ ਘਟਨਾ ਸੀ, 2 ਘਟਨਾਵਾਂ ਹੋ ਗਈਆਂ।
ਤਾਂ ਭਗਤ ਸਿੰਘ ਮੇਡ ਅ ਪਲਾਨ ਟੂ ਥਰੋ ਏ ਬੰਬ ਇਨ ਦ ਅਸੈਂਬਲੀ ਹਾਲ। ਉਹਨੇ ਇੱਕ ਪਲਾਨ ਕੀਤਾ ਅਸੈਂਬਲੀ ਹਾਲ 'ਚ ਬੰਬ ਸਿੱਟਣ ਦੀ ਉਹਨੇ ਯੋਜਨਾ ਬਣਾਈ। ਨੋਟ ਟੂ ਕਿਲ ਐਨੀਵਨ, ਕਿਸੇ ਨੂੰ ਮਾਰਨ ਵਾਸਤੇ ਨਹੀਂ, ਬਟ ਟੂ ਅਵੇਕਨ ਇੰਗਲੈਂਡ ਫਰੋਮ ਦ ਡਰੀਮਸ, ਪਰ ਇੰਗਲੈਂਡ ਨੂੰ ਜਗਾਉਣ ਵਾਸਤੇ ਉਹਦੇ ਸੁਪਨਿਆਂ ਤੋਂ। ਭਗਤ ਸਿੰਘ ਸੈਡ ਆਵਰ ਸੋਲ ਪਰਪਸ ਵਾਰ ਟੂ ਮੇਕ ਦ ਡੈਫ ਈਅਰ। ਭਗਤ ਸਿੰਘ ਨੇ ਕਿਹਾ ਕਿ ਸਾਡਾ ਸਿਰਫ ਇੱਕੋ ਮਕਸਦ ਸੀ, ਉਹ ਸੀਗਾ ਵੀ ਉਹਨਾਂ ਦੇ ਜਿਹੜੇ ਉਹਨਾਂ ਨੂੰ ਜਗਾਉਣਾ, ਉਸ ਬਹਿਰੇ ਲੋਕਾਂ ਨੂੰ ਜਗਾਉਣਾ, ਅੰਗਰੇਜ਼ਾਂ ਨੂੰ ਬਹਿਰੇ ਲੋਕਾਂ ਨੂੰ ਜਗਾਉਣ ਵਾਸਤੇ ਇਹ ਬੰਬ ਸਿੱਟਿਆ ਗਿਆ ਸੀ, ਕਿਸੇ ਮਾਰਨ ਵਾਸਤੇ ਨਹੀਂ। ਨਾਓ ਕੁਐਸਚਨ ਨੰਬਰ 20, ਭਗਤ ਸਿੰਘ ਹੈਜ਼ ਬੀਨ ਰੈਫਰਡ ਟੂ ਐਜ਼ ਏ ਮਾਰਟਾਇਰ ਬਿਕੋਜ਼। ਭਗਤ ਸਿੰਘ ਨੂੰ ਸ਼ਹੀਦ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਹੀ ਵਾਜ਼ ਹੈਂਗਡ ਫॉर ਪ੍ਰੋਟੈਸਟਿੰਗ ਅਗੇਂਸਟ ਦ ਬ੍ਰਿਟਿਸ਼। ਆਪਸ਼ਨ 3rd। ਭਗਤ ਸਿੰਘ's ਡ੍ਰੀਮ ਵਾਜ਼ ਟੂ, ਭਗਤ ਸਿੰਘ ਦਾ ਸੁਪਨਾ ਕੀ ਸੀ? His dream was to make India a free nation. Option 2. ਭਗਤ ਸਿੰਘ brought home blood-soaked mud too. ਉਹ ਖੂਨ 'ਚ ਭਿੱਜੀ ਹੋਈ ਮਿੱਟੀ ਘਰੇ ਕਿਉਂ ਲੈ ਕੇ ਆਇਆ? Remind him of British cruelty. ਨੰਬਰ 4, ਉਹਨੂੰ ਯਾਦ ਆਉਂਦੀ ਰਹੇ ਕਿ ਜਿਹੜੇ ਅੰਗਰੇਜ਼ਾਂ ਨੇ ਅਤਿਆਚਾਰ ਕੀਤੇ ਸੀ। ਭਗਤ ਸਿੰਘ threw a bomb in the assembly hall too. ਉਹਨੇ ਬੰਬ ਅਸੈਂਬਲੀ 'ਚ ਕਿਉਂ ਸਿੱਟਿਆ? To warn the British government, ਕਿਉਂਕਿ ਉਹ ਬ੍ਰਿਟਿਸ਼ ਗਵਰਨਮੈਂਟ ਨੂੰ ਵਾਰਨ ਕਰਨਾ ਚਾਹੁੰਦਾ ਸੀ। ਦਾ ਡੈਫ ਰੈਫਰਸ ਟੂ, ਇੱਥੇ ਦਾ ਡੈਫ ਜਿਹੜਾ ਵਰਡ ਯੂਜ਼ ਕੀਤਾ ਗਿਆ ਉਹ ਕਿਸ ਵਾਸਤੇ ਹੈ? ਉਹ ਹੈ ਇੰਗਲਿਸ਼ ਰੂਲਰਸ ਵਾਸਤੇ। ਆਪਸ਼ਨ 3। ਭਗਤ ਸਿੰਘ ਵਾਜ਼ ਗ੍ਰੇਟਲੀ ਮੂਵਡ। ਗ੍ਰੇਟਲੀ ਮੂਵਡ ਮੀਨਸ, here you can see greatly moved words have been used and it means deeply touched. Option 2. And next is, you can see here, read the following passage again. Question number 26 to 30. Read the following passage and answer the questions given below. New Delhi. The next time you suddenly start wheezing or sneezing and suspect it's the ice cream you just ate, think again. It may in fact be something as routine as the air you are breathing. ਤਾਂ ਕਹਿੰਦੇ ਨੇ ਕਿ ਨੈਕਸਟ ਟਾਈਮ ਤੁਹਾਨੂੰ ਜਦੋਂ ਵੀ ਲੱਗੇ ਕਿ ਤੁਹਾਨੂੰ wheezing or sneezing means, wheezing ਹੁੰਦਾ ਸਾਹ ਲੈਣ 'ਚ ਜਦੋਂ ਆਪਾਂ ਨੂੰ ਥੋੜ੍ਹੀ ਪ੍ਰੋਬਲਮ ਆ ਜਾਂਦੀ ਹੈ ਤਾਂ ਸਾਹ ਆਪਣਾ ਥੋੜ੍ਹਾ ਜਿਹਾ ਮੁਸ਼ਕਿਲ ਨਾਲ ਆਪਾਂ ਲੈਂਦੇ ਹਾਂ, ਵੀਜ਼ਿੰਗ ਉਹਨੂੰ ਕਹਿੰਦੇ ਨੇ। ਸਨੀਜ਼ਿੰਗ ਮਤਲਬ ਛਿੱਕਾਂ ਲੱਗਣੀਆਂ। ਤੁਹਾਨੂੰ ਇਹੋ ਜਿਹਾ ਕਦੇ ਵੀ ਹੋਵੇ ਤਾਂ ਤੁਹਾਨੂੰ ਇਹ ਸ਼ੱਕ ਨਾ ਕਰਿਓ ਕਿ ਮੈਂ ਆਈਸਕ੍ਰੀਮ ਖਾਧੀ ਸੀ ਤਾਂ ਉਹਦੇ ਕਰਕੇ ਹੋ ਰਿਹਾ ਹੈ, ਬਲਕਿ ਇਹ ਕੁਝ ਅਜਿਹਾ ਵੀ ਹੋ ਸਕਦਾ ਜਿਹੜਾ ਤੁਸੀਂ ਰੂਟੀਨ 'ਚ ਜਿਹੜਾ ਉਹ ਸਾਹ ਲੈ ਰਹੇ ਹੋ, ਉਸ ਚੀਜ਼ ਨਾਲ ਹੋ ਸਕਦਾ ਤੁਸੀਂ ਕਿੱਥੇ ਸਾਹ ਲੈ ਰਹੇ ਹੋ। ਠੀਕ ਹੈ, ਇਨਫੈਕਟ ਸਮਥਿੰਗ ਐਜ਼ ਰੂਟੀਨ ਐਜ਼ ਦਾ ਏਅਰ, ਉਹ ਏਅਰ ਕਰਕੇ ਵੀ ਹੋ ਸਕਦਾ ਤੁਸੀਂ ਸਾਹ ਲੈ ਰਹੇ ਹੋ। ਨਿਊ ਦਿੱਲੀ ਮਤਲਬ ਨਿਊ ਦਿੱਲੀ ਤੋਂ ਇਹ ਆਪਾਂ ਪੜ੍ਹ ਰਹੇ ਹਾਂ, ਨਿਊ ਦਿੱਲੀ ਨੂੰ ਇਸ ਨੂੰ ਹਾਈਲਾਈਟ ਕੀਤਾ ਹੋਇਆ। A survey was conducted jointly by Center of Science and Environment and Indian Council of Medical Research in India and South Asia. ਇੱਕ ਸਰਵੇ ਕੀਤਾ ਗਿਆ ਸੀ ਇਹਨਾਂ ਦੋਨਾਂ ਦੁਆਰਾ ਜੁਆਇੰਟਲੀ ਤਾਂ what was it about? It was found that air pollution is now the 5th largest killer in India. ਕਿ 에ਅਰ ਪੋਲਿਊਸ਼ਨ ਹੈ ਜਿਹੜਾ ਉਹ ਪੰਜਵਾਂ ਸਭ ਤੋਂ ਵੱਡਾ ਕਿਲਰ ਹੈ ਇੰਡੀਆ 'ਚ। ਕਿਸ ਤੋਂ ਬਾਅਦ? ਪਹਿਲਾਂ ਹੈਗਾ ਹਾਈ ਬਲੱਡ ਪ੍ਰੈਸ਼ਰ, ਫਿਰ ਹੈ ਇਨਡੋਰ 에ਅਰ ਪੋਲਿਊਸ਼ਨ ਜਿਹੜਾ ਮਤਲਬ ਕਿ ਇਨਡੋਰ ਅੰਦਰ ਹੁੰਦਾ ਹੈ 에ਅਰ ਪੋਲਿਊਸ਼ਨ ਹੁੰਦਾ ਹੈ ਇਨਸਾਈਡ ਵਾਲਾ। ਦੈਨ ਟੋਬੈਕੋ ਸਮੋਕਿੰਗ, ਤਾਂ ਜਿਹੜਾ ਤੰਬਾਕੂ ਖਾਂਦੇ ਨੇ, ਤੰਬਾਕੂ ਸਮੋਕ ਕਰਦੇ, ਸਿਗਰਟ ਸਮੋਕ ਕਰਦੇ ਆ, ਉਸ ਤੰਬਾਕੂ ਪੈਂਦਾ। ਐਂਡ ਪੂਅਰ ਨਿਊਟ੍ਰੀਸ਼ਨ, ਅਤੇ ਜਿਹੜਾ ਮਾਲ ਨਿਊਟ੍ਰੀਸ਼ਨ, ਪੂਅਰ ਨਿਊਟ੍ਰੀਸ਼ਨ ਜਿਹੜਾ ਕੁਪੋਸ਼ਣ, ਉਹ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਕਿਲਰ ਹੈ ਪੰਜਵਾਂ ਉਹ ਹੈ ਆਪਣਾ 에ਅਰ ਪੋਲਿਊਸ਼ਨ। ਆਊਟ ਆਫ 180 ਸਿਟੀਜ਼ ਮੋਨੀਟਰਡ ਫੋਰ ਦਾ ਸਰਵੇ, ਜਿਹੜੀ 180 ਸਿਟੀਜ਼ ਲਈਆਂ ਗਈਆਂ ਸੀ ਸਰਵੇ ਵਾਸਤੇ, ਉਹਨੂੰ ਮੋਨੀਟਰ ਕਰਨ ਤੋਂ ਬਾਅਦ close to half of the total urban population in India and South Asia breathes air which exceeds the permissible limits of PM10। ਤਾਂ ਸਰਵੇ ਤੋਂ ਬਾਅਦ ਇਹ ਮੋਨੀਟਰ ਹੋਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਹਾਫ ਆਫ ਦਾ ਟੋਟਲ ਜਿਹੜੀ ਆਬਾਦੀ ਰਹਿੰਦੀ ਹੈ ਸ਼ਹਿਰਾਂ ਵਿੱਚ, ਉਹਦਾ ਲਗਭਗ ਅੱਧਾ ਹਿੱਸਾ ਜਿਹੜਾ ਹੈ ਇੰਡੀਆ ਦਾ ਅਤੇ ਸਾਊਥ ਏਸ਼ੀਆ ਦਾ, ਉਹ ਉਸ ਹਵਾ ਵਿੱਚ ਸਾਹ ਲੈਂਦਾ ਹੈ ਜਿਹੜੀ ਕਿ ਆਪਾਂ ਨੂੰ ਸਾਹ ਲੈਣ ਵਾਸਤੇ ਜਿਹੜੇ ਆਪਾਂ ਨੂੰ PM10 ਪੈਰਾਮੀਟਰ ਹੈ ਉਸ ਤੋਂ ਵੱਧ ਜ਼ਿਆਦਾ ਉਹ ਖਰਾਬ ਕਰਦੀ ਹੈ। ਮਤਲਬ PM10 ਤੱਕ ਤਾਂ ਠੀਕ ਹੈ, ਪਰ ਉਸ ਤੋਂ ਵੱਧ ਜਿਹੜੀ ਹਵਾ ਖਰਾਬ ਹੈ ਉਸ 'ਚ ਸਾਹ ਲੈਂਦਾ ਹੈ ਕੌਣ? ਅੱਧਾ ਹਿੱਸਾ ਆਬਾਦੀ ਦਾ, ਕਿਹੜਾ ਦਾ? ਸ਼ਹਿਰੀ ਆਬਾਦੀ ਦਾ, ਇੰਡੀਆ ਦਾ ਅਤੇ ਸਾਊਥ ਏਸ਼ੀਆ ਦਾ। ਜਿਹੜਾ PM10 ਹੈ ਬੇਟਾ, PM10 particles can be found in dust and smoke and they can impact our health. And how to check air purity? PM10 are very small particles found in dust and smoke. They have a diameter of 10 micrometers
or smaller. PM10 particles are a common air pollutant. Okay beta. 1/3 of urban Indians are living in such critically polluted areas. ਉਹ ਕਹਿੰਦੇ ਕਿ 1/3 of urban Indians ਸ਼ਹਿਰਾਂ 'ਚ ਰਹਿਣ ਵਾਲੇ ਜਿਹਨਾਂ ਦੀ 1/3 ਇੰਡੀਅਨ ਨੇ ਉਹ ਬਹੁਤ ਕ੍ਰਿਟੀਕਲ ਪੋਲਿਊਟਡ ਏਰੀਆ 'ਚ ਬਹੁਤ ਮਾੜੇ ਪੋਲਿਊਟਡ ਏਰੀਆ 'ਚ ਰਹਿ ਰਹੇ ਨੇ। No one can escape the effect of toxic air। ਤਾਂ ਟੌਕਸਿਕ ਏਅਰ ਹੁੰਦੀ ਜਿਹੜੀ ਮਾੜੀ ਹਵਾ ਹੁੰਦੀ ਹੈ ਉਹਦੇ ਇਫੈਕਟ ਨੂੰ ਕੋਈ ਵੀ no one ਉਹ ਤੋਂ ਕੋਈ ਬਚ ਨਹੀਂ ਸਕਦਾ। Hence ਇਸ ਕਰਕੇ there is a need to act urgently to reduce risk to public health particularly among children, elderly and poor। ਤਾਂ ਇਸ ਕਰਕੇ ਇੱਥੇ ਇੱਕ ਜ਼ਰੂਰਤ ਪੈਦਾ ਹੋ ਜਾਂਦੀ ਹੈ ਕਿ ਹੁਣੀ ਜ਼ਰੂਰਤ ਅਰਜੈਂਟਲੀ ਇਹਦਾ ਰਿਸਕ ਜਿਹੜਾ ਹੈ ਘਟਾਉਣ ਦੀ, ਕਿਸ ਚੀਜ਼ ਦੀ, ਪਬਲਿਕ ਹੈਲਥ ਨੂੰ ਮਤਲਬ ਜਿਹੜਾ ਇਹ ਖਰਾਬ ਕਰਦਾ ਉਸ ਨੂੰ ਰੋਕਣ ਦੀ, ਖਾਸ ਕਰਕੇ ਬੱਚਿਆਂ ਵਿੱਚ ਅਤੇ ਵੱਡਿਆਂ ਵਿੱਚ ਅਤੇ ਗਰੀਬ ਲੋਕਾਂ ਵਿੱਚ ਜਿਹੜਾ ਇਹਦਾ ਇੰਪੈਕਟ ਹੈ ਪੋਲਿਊਟਡ ਇਹ ਹਵਾ ਦਾ, ਉਸ ਨੂੰ ਰੋਕਣ ਦੀ ਅਤੇ ਅਰਜੈਂਸੀ ਪੈਦਾ ਹੋ ਜਾਂਦੀ ਹੈ। So student, it was some explanation of the passage. Now question number 1 is the passage is about, and we have read the passage, and this passage is about, this is about number 1 environmental pollution, option A. Next is wheezing and sneezing are caused by, as we have discussed earlier, wheezing and sneezing is caused by inhaling toxic air, option 2. Which of the following statement is true? All Indians are critically impacted by air pollution. All Indians, this is not true. Only people living in the urban area are affected by air pollution. This is also not true. This is not only. Third is 1/3 of people living in urban areas are affected by air pollution. This is right, because we can see here 1/3 of urban areas, we have read here 1/3 of urban Indians are living in such critical polluted areas. And next, which of the following statement is true? We have done it. Which of the following statement is not true? 180 cities were monitored for survey. It is right. Pollution is one of the major killers in India. It's right. The air which exceeds PM10 limit is dangerous. It's also right. Almost half of the Indian population breathes polluted area. This is not right, because it's a confusing statement. Almost half of the Indian population, no. This will be right if we say almost half of the urban Indian population। ਸ਼ਹਿਰਾਂ 'ਚ ਰਹਿਣ ਵਾਲੀ ਹੈ ਇਕੱਲੀ, ਸਾਰੀ ਇੰਡੀਆ ਦੀ ਸਾਰੀ ਨਹੀਂ, ਸਿਰਫ ਸ਼ਹਿਰਾਂ 'ਚ ਰਹਿਣ ਵਾਲੇ ਲਗਭਗ ਅੱਧੇ ਲੋਕ ਪੋਲਿਊਟਡ ਏਰੀਆ 'ਚ ਰਹਿੰਦੇ ਨੇ। ਸੋ ਨੈਕਸਟ ਇਜ਼ the word exceeds as used in the passage implies something which is, exceed means more than, option A. So friends, we have covered 30 questions in this video. So video becomes very lengthy, so we will cover only 30 questions, and the remaining 30 questions we will cover in the second video in part 2. So you can go through once again of this passage and practice. For more videos you can go to the channel and search playlist also. So meet you in next video. Till then, see you, take care.